ਸਤਿਗੁਰ ਪ੍ਰਸਾਦਿ। ਰਾਗ ਆਸਾ ਮਹੱਲਾ ਨਾਵਾਂ। ਬਿਰਥਾ ਕਹੂੰ ਕੌਣ ਸਿਉ ਮਨ ਕੀ, ਲੋਭ ਗਰਸਿਓ ਦਸਹੂ ਦਿਸ ਧਾਵਤ। ਆਸਾ ਲਾਗਿਓ ਧਨ ਕੀ, ਬਿਰਥਾ ਕਹੋ ਕੌਣ ਸਿਉ ਮਨ ਕੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਤਸਲ ਕਰੁਣਾ ਨਿਧਾਨ ਅੰਤਰਜਾਮੀ ਸਤਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਦਾ ਆਨੰਦ ਮਾਣ ਰਹੇ ਸਰਬੱਤ ਮਾਈ ਭਾਈ ਗੁਰੂ ਖਾਲਸਾ ਜੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬੜੀ ਮਹਾਨ ਬਖਸ਼ਿਸ਼ ਕਿਰਪਾ ਰਹਿਮਤ ਹੋ ਰਹੀ ਹੈ, ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਬਖਸ਼ਿਸ਼ ਰਹਿਮਤ ਕਰਕੇ ਸਾਨੂੰ ਇਹ ਪਾਵਨ ਪਵਿੱਤਰ ਹਜ਼ੂਰੀ ਦਾ ਆਨੰਦ ਬਖਸ਼ਿਸ਼ ਕਰਨਾ ਕੀਤਾ ਹੈ। ਪਿਛਲੇ ਕੁਝ ਸਮੇਂ ਤੋਂ ਆਪਾਂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਹਿੰਦ ਦੀ ਚਾਦਰ, ਧਰਮ ਦੀ ਚਾਦਰ ਸਤਿਗੁਰੂ ਤੇਗ ਬਹਾਦਰ, ਤਿੰਨਾਂ ਦੀ ਪਾਵਨ ਪਵਿੱਤਰ ਗੁਰਬਾਣੀ ਦੇ ਦਰਸ਼ਨ ਕਰ ਰਹੇ ਹਾਂ, ਵਿਚਾਰਾਂ ਕਰ ਰਹੇ ਹਾਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸ੍ਰੀ ਬਾਬਾ ਬਕਾਲਾ ਸਾਹਿਬ ਜੀ ਦੀ ਪਾਵਨ ਪਵਿੱਤਰ ਧਰਤੀ ਉੱਪਰ ਪ੍ਰਗਟ ਹੋ ਕਰਕੇ 9 ਸ਼ਬਦ ਸਾਧ ਸੰਗਤ ਦੀ ਗੌੜੀ ਰਾਗ ਦੇ ਵਿੱਚ ਉਚਾਰਨ ਕਰਨੇ ਕੀਤੇ ਹਨ। ਤੇ ਉੱਥੇ ਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਕਿਸੇ ਜਗਿਆਸੂ ਨੇ ਆਣ ਕਰਕੇ ਆਪਣੇ ਮਨ ਦੀ ਬਿਰਥਾ ਦੱਸਣਾ ਕੀਤੀ ਤੇ ਸਤਿਗੁਰੂ ਜੀ ਨੇ ਇਹ ਪਾਵਨ ਪਵਿੱਤਰ ਸ਼ਬਦ ਸਾਧ ਸੰਗਤ ਦੀ ਆਸਾ ਰਾਗ ਦੇ ਵਿੱਚ ਇੱਕ ਸ਼ਬਦ ਸਤਿਗੁਰੂ ਜੀ ਨੇ ਉਚਾਰਨ ਕਰਨਾ ਕੀਤਾ ਹੈ। ਇਹਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਕਿਰਪਾ ਬਖਸ਼ਿਸ਼ ਰਹਿਮਤ ਕਰਦੇ ਆ। ਉਹ ਆਪਾਂ ਚਿੱਤ ਬਿਰਤੀਆਂ ਨੂੰ ਇਕਾਗਰ ਕਰਕੇ ਸਰਵਣ ਕਰਨਾ ਕਰੀਏ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦਿ, ਇੱਕ ਅਦਵੈਤ ਰੂਪ ਪਰਮੇਸ਼ਰ ਵਾਹਿਗੁਰੂ, ਜਿਹਦੇ ਵਰਗਾ ਕੋਈ ਹੋਰ ਨਹੀਂ ਹੈ। ਜਿਹਦੇ ਵਰਗਾ ਹੋਰ ਕੋਈ ਹੋਣ ਦੀ ਗੱਲ ਕਰਨੀ ਵੀ ਜਿਹੜੀ ਹੈ ਉਹ ਵੀ ਕੱਚੀ ਹੈ, ਕਿਉਂਕਿ ਜਿਹੜਾ ਹੈ ਹੀ ਇੱਕੋ ਇੱਕ ਹੈ, ਉੱਥੇ ਕੰਮ ਖਤਮ ਹੋ ਜਾਂਦਾ। ਏਕੋ ਹੈ ਭਾਈ ਏਕੋ ਹੈ, ਸਾਹਿਬ ਮੇਰਾ ਏਕੋ ਹੈ, ਇੱਕੋ ਇੱਕ ਪਰਮੇਸ਼ਰ ਵਾਹਿਗੁਰੂ। ਓੰਕਾਰ, ਓੰਕਾਰ ਸਭਨਾਂ ਦਾ ਪ੍ਰਕਾਸ਼ਕ, ਓੰਕਾਰ ਬ੍ਰਹਮਾ ਉਤਪਤ, ਓੰਕਾਰ ਕੀਆ ਜਿਨ ਚਿੱਤ, ਸਾਰਾ ਕੁਝ ਓੰਕਾਰ ਤੋਂ ਹੀ ਬਣਿਆ ਹੈ। ਇੱਕ ਅਦਵੈਤ ਸਰੂਪ ਪਰਮੇਸ਼ਰ ਓੰਕਾਰ ਸਭਨਾਂ ਦਾ ਪ੍ਰਕਾਸ਼ਕ। ਤੇ ਸਤਿਗੁਰੂ ਦੀ ਕਿਰਪਾ ਕਿੱਦਾਂ ਪ੍ਰਾਪਤ ਹੋਏਗਾ ਐਸਾ ਪਰਮੇਸ਼ਰ? ਸਤਿਗੁਰ ਪ੍ਰਸਾਦ, ਸਤਿਗੁਰਾਂ ਦੀ ਪ੍ਰਸਾਦ ਕਿਰਪਾ ਕਰਕੇ ਐਸੇ ਵਾਹਿਗੁਰੂ ਜੀ ਦੀ ਪ੍ਰਾਪਤੀ ਹੋਏਗੀ, ਪਰਮੇਸ਼ਰ ਦੀ ਪ੍ਰਾਪਤੀ ਹੋਏਗੀ। ਤਥਾ ਸਤਿਗੁਰ ਪ੍ਰਸਾਦ, ਸਤ ਚਿੱਤ ਆਨੰਦ ਸਰੂਪ ਵਾਹਿਗੁਰੂ ਪਰਮੇਸ਼ਰ। ਰਾਗ ਆਸਾ ਮਹੱਲਾ ਨਾਵਾਂ। ਨੌਵੇਂ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਆਸਾ ਰਾਗ ਦੇ ਅੰਦਰ ਬਖਸ਼ਿਸ਼ ਕਰਦੇ ਹਨ। ਸੋ ਉਹ ਜਗਿਆਸੂ ਸਾਧ ਸੰਗਤ ਜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਆਣ ਕਰਕੇ ਬੇਨਤੀ ਕਰਦਾ ਹੈ, ਕਿਉਂਕਿ ਜਦੋਂ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਦੇ ਦਰਸ਼ਨ ਕਰੀਏ ਤਾਂ ਜਾਦੀ ਗੁਰਬਾਣੀ ਸਾਧ ਸੰਗਤ ਜੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਮਨ ਦੇ ਪ੍ਰਥਾਏ ਉਚਾਰਨ ਕਰਨਾ ਕੀਤੀ ਉੱਤਮ ਬਖਤੇ ਦੇ ਰੂਪ ਦੇ ਵਿੱਚ, ਕਿ ਜਿਹਦਾ ਸਭ ਤੋਂ ਜ਼ਿਆਦਾ ਪ੍ਰਯੋਜਨ ਹੈ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਮਨ ਦੇ ਪ੍ਰਥਾਏ ਜ਼ਿਆਦਾ ਜਿਹੜੀ ਗੁਰਬਾਣੀ ਹੈ ਉਚਾਰਨ ਕਰਨਾ ਕੀਤੀ ਹੈ। ਮੰਮਾ ਮਨ ਸਿਉ ਕਾਜ ਹੈ, ਮਨ ਸਾਧੇ ਸਿਧ ਹੋਏ, ਮਨ ਹੀ ਮਨ ਸਿਉ ਕਹੈ ਕਬੀਰਾ, ਮਨ ਸਾ ਮਿਲਿਆ ਨਾ ਕੋਈ। ਕਹਿੰਦੇ ਭਾਈ ਮਨ ਹੀ ਨਾਲ ਝਗੜਾ, ਮਨ ਹੀ ਨਾਲ ਸੱਥ। ਕਹਿੰਦੇ ਇਹਦੇ ਨਾਲ ਹੀ ਝਗੜਾ ਕਰਨਾ, ਇਹਦੇ ਨਾਲ ਹੀ ਸਾਰਾ ਕੁਝ ਸਾਡਾ ਜਿਹੜਾ ਹੈ ਇਹ ਲੜਾਈ ਝਗੜੇ ਦਾ ਜਿਹੜਾ ਕਾਰਨ ਬਣਦਾ। ਮਨ ਪਹਿਲਾਂ ਇਹਨੂੰ ਸਿੱਧਾ ਕਰ ਲਈਏ।
ਸੋ ਸਤਿਗੁਰੂ ਜੀ ਨੇ ਜ਼ਿਆਦਾ ਬਾਣੀ ਜਿਹੜੀ ਹੈ ਮਨ ਦੇ ਪ੍ਰਥਾਏ ਉਚਾਰਨ ਕਰਨ ਕੀਤੀ, ਤੇ ਜੇ ਸਿੱਧਾ ਹੋਏ ਜਾਏਗਾ ਤਾਂ ਫਿਰ ਸਾਧ ਸੰਗਤ ਜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾ ਕਰਦੇ, ਮਨ ਜੀਤੈ ਜਗ ਜੀਤ। ਆਪਾਂ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪਾਵਨ ਬਚਨ ਪੜ੍ਹਦੇ ਹਾਂ। ਸੋ ਸਤਿਗੁਰੂ ਜੀ ਕਿਰਪਾ ਬਖਸ਼ਿਸ਼ ਰਹਿਮਤ ਕਰ ਰਹੇ, ਉਹ ਜਗਿਆਸੂ ਆ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਬੇਨਤੀ ਕਰਦਾ ਹੈ। ਕਿਸ ਤਰ੍ਹਾਂ ਬੇਨਤੀ ਕਰਦਾ, ਸਰਵਣ ਕਰਨਾ ਕਰੀਏ ਜੀ। ਬਿਰਥਾ ਕਹੋ ਕੌਣ ਸਿਉ ਮਨ ਕੀ, ਕਹਿੰਦਾ ਮਹਾਰਾਜ ਮੈਂ ਆਪਣੇ ਮਨ ਦੀ ਬਿਰਥਾ ਜਿਹੜੀ ਹੈ, ਜਿਹੜੇ ਮੇਰੇ ਮਨ ਦੀ ਹਾਲਤ ਹੈ, ਮੈਂ ਕਿਹਦੇ ਅੱਗੇ ਜਾ ਕਰਕੇ ਬੇਨਤੀ ਕਰਾਂ, ਕੋਈ ਮੈਨੂੰ ਦਿਸਦਾ ਨਹੀਂ ਕਿ ਮੈਂ ਕਿਹਨੂੰ ਆਪਣੀ ਜਿਹੜੀ ਬਿਰਥਾ ਆਪਣੀ ਹਾਲਤ ਮਨ ਦੀ ਦੱਸਣਾ ਕਰਾਂ। ਕਿਉਂਕਿ ਜੇ ਆਮ ਮਨੁੱਖ ਨੂੰ ਦੱਸਾਂ ਤਾਂ ਉਹ ਅੱਗਿਓਂ ਆਪਣੀ ਹੋਰ ਸਟੋਰੀ ਸ਼ੋ ਕੇ ਬਹਿ ਜਾਂਦਾ ਹੈ ਕਿ ਮੈਨੂੰ ਇਸ ਤਰ੍ਹਾਂ ਦੁੱਖ ਹੈ, ਉਹ ਆਪਣਾ ਅੱਗਿਓਂ ਦੁੱਖ ਜਿਹੜਾ ਫਲੋਰਨ ਲੱਗ ਜਾਂਦਾ ਹੈ। ਮੈਨੂੰ ਸਮਝ ਨਹੀਂ ਆਉਂਦੀ ਮੈਂ ਕਿਹਦੇ ਚਰਨਾਂ ਵਿੱਚ ਜਾ ਕਰਕੇ ਬੇਨਤੀ ਕਰਾਂ, ਮੇਰੀ ਇਹ ਸਮੱਸਿਆ ਦਾ ਹੱਲ ਹੋਵੇ। ਕੀ ਸਮੱਸਿਆ ਉਹ ਦੱਸਦਾ ਜਗਿਆਸੂ ਦੇ ਮੁਖੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾ ਕਰ ਰਹੇ। ਜਗਿਆਸੂ ਮੁਖ ਦੁਆਰਾ ਕੀ ਬੇਨਤੀਆਂ ਕਰਦਾ ਸਤਿਗੁਰੂ ਜੀ ਨੂੰ। ਲੋਭ ਗ੍ਰਸਿਆ ਦਸਹੂ ਦਿਸ ਧਾਵਤ, ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਉਹ ਮੇਰਾ ਮਨ ਜਿਹੜਾ ਹੈ ਇਹ ਲੋਭ ਨੇ ਗ੍ਰਸਿਆ ਹੋਇਆ ਹੈ। ਸੋ ਸਾਧ ਸੰਗਤ ਜੀ ਜਿਹੜਾ ਲੋਭ ਹੁੰਦਾ ਕਿਸੇ ਚੀਜ਼ ਨੂੰ ਇਕੱਠਾ ਕਰਨ ਦਾ। ਇੱਕ ਲੱਭ ਹੁੰਦਾ ਹੈ, ਇੱਕ ਹੁੰਦਾ ਲੋਭ। ਲੱਭ ਹੁੰਦਾ ਬਹੁਤਾ ਖਾਣ ਦਾ, ਤੇ ਜਿਹੜਾ ਲੋਭ ਹੁੰਦਾ ਉਹ ਇਕੱਠੇ ਕਰਨ ਦਾ। ਤੇ ਲੋਭ ਕਿਉਂ ਕਰਕੇ ਹੁੰਦਾ ਸਾਧ ਸੰਗਤ ਜੀ, ਕਿਉਂਕਿ ਲੋਭ ਜਦੋਂ ਇਹ ਆਪਣੇ ਆਪ ਨੂੰ ਮਨੁੱਖ ਜਿਹੜਾ ਅਨਸਿਕਿਉਰ ਫੀਲ ਕਰਦਾ ਹੈ, ਉਦੋਂ ਫਿਰ ਲੋਭ ਲਾਲਚ ਇਹਦੇ ਮਨ ਦੇ ਵਿੱਚ ਪੈਦਾ ਹੁੰਦਾ ਹੈ। ਹੋਰ ਵੀ ਕਈ ਕਾਰਨ ਬਣ ਜਾਂਦੇ ਆ, ਪਰ ਜ਼ਿਆਦਾ ਇਹ ਵੇਖਦਾ ਕਿ ਮੈਂ ਇੰਨਾ ਕੁਝ ਮੈਂ ਬਣਾ ਲਿਆ, ਇਹ ਮੇਰੇ ਆਉਣ ਵਾਲੇ ਸਮੇਂ ਵਿੱਚ ਕਿਤੇ ਐਮਰਜੈਂਸੀ ਦੇ ਵਿੱਚ ਕੰਮ ਆਏਗਾ। ਤੇ ਫਿਰ ਵੇਖਦਾ ਵੀ ਹਾਂ ਇਹ ਜੇ ਇਹ ਨਾ ਹੋਇਆ ਫਿਰ ਮੈਂ ਹੋਰ ਇਕੱਠਾ ਕਰ ਲਿਆ, ਕਿਤੇ ਮੁੱਕ ਨਾ ਜਾਵੇ, ਫਿਰ ਦੂਸਰਾ ਨਾ ਕਿਤੇ ਮੁੱਕ ਜਾਵੇ। ਫਿਰ ਅਗਲੇ ਪਾਸਿਓਂ ਸਾਧ ਸੰਗਤ ਦੀ ਮਾਇਆ ਜਿਹੜੀ ਹੈ ਉਹ ਇਸ ਨੂੰ ਧੂਣ ਲੱਗ ਜਾਂਦੀ, ਫਿਰ ਉਹ ਜਗਿਆਸਾ ਇਹਦੇ ਮਨ ਦੇ ਵਿੱਚ ਲੱਗ ਜਾਂਦੀ। ਫਿਰ ਸਹਿਸ ਕਟੇ ਲੱਖ ਕੋਟ ਧਾਵੈ, ਤ੍ਰਿਪਤ ਨ ਆਵੈ ਮਾਇਆ ਪਾਛੈ ਪਾਵੈ। ਫਿਰ ਤ੍ਰਿਸ਼ਨਾ ਦਾਦੀ ਜਲ ਮੋਈ, ਜਲ ਜਲ ਕਰੈ ਪੁਕਾਰ, ਸਤਿਗੁਰ ਸੀਤਲ ਜੇ ਮਿਲੈ, ਫਿਰ ਜਲੈ ਨ ਦੂਜੀ ਵਾਰ। ਫਿਰ ਉਹ ਜਿਸ ਤਰ੍ਹਾਂ ਅਗਨੀ ਦੀਆਂ ਲਪਟਾਂ ਉੱਪਰ ਨੂੰ ਉੱਠਦੀਆਂ ਨੇ, ਤੇ ਜੇ ਕਹੀਏ ਵੀ ਭਾਈ ਇਹਨੂੰ ਪਹਿਲਾਂ ਰਜਾਈ ਲਈ, ਇਹਦੇ ਵਿੱਚ ਹੋਰ ਬਾਲਣ ਪਾ ਦਈਏ, ਜਦੋਂ ਬਾਲਣ ਹੋਰ ਪੈਂਦਾ ਹੋਰ ਉੱਚੀਆਂ ਉੱਠਦੀਆਂ, ਹੋਰ ਬਾਲਣ ਪਾਈ ਜਾਓ, ਉਹ ਅਗਨੀ ਕਿਸੇ ਤਰ੍ਹਾਂ ਵੀ ਰੱਜਦੀ ਨਹੀਂ। ਸੋ ਇਸੇ ਤਰ੍ਹਾਂ ਦੇ ਨਾਲ ਸਤਿਗੁਰੂ ਜੀ ਕਹਿੰਦੇ ਨੇ ਤ੍ਰਿਸ਼ਨਾ ਜਿਹੜੀ ਹੈ ਇਹ ਵੀ ਇੱਕ ਤਰ੍ਹਾਂ ਦੇ ਨਾਲ ਅਗਨੀ ਹੈ, ਇਹ ਵੀ ਨਹੀਂ ਰੱਜਦੀ, ਇਹਦੇ ਤੇ ਤਾਂ ਸੰਤੋਖ ਦਾ ਪਾਣੀ ਪਾਉਣਾ ਪੈਂਦਾ, ਫੇਰ ਹੀ ਇਹਨੇ ਖਤਮ ਹੁੰਦੀ ਹੈ। ਸੋ ਮਹਾਰਾਜ ਸਾਹਿਬ ਨੂੰ ਬੇਨਤੀ ਕਰ ਰਿਹਾ ਜਗਿਆਸੂ, ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਪ੍ਰਥਾਏ ਸਾਕੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨੇ। ਇਹ ਸਾਡੇ ਮਨ ਦੀ ਹਾਲਤ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਦੱਸ ਰਹੇ ਆ ਕਿ ਜੋ ਅਸੀਂ ਕਰਦੇ ਹਾਂ, ਜੋ ਸਾਡਾ ਮਨ ਕਰਦਾ ਹੈ। ਸੋ ਆਮ ਜਿਹੜਾ ਮਨੁੱਖ ਹੈ ਉਹਦੇ ਮਨ ਦੀ ਹਾਲਤ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣੀ ਪਾਵਨ ਪਵਿੱਤਰ ਗੁਰਬਾਣੀ ਅੰਦਰ ਸੋ ਇਹ ਬਿਆਨ ਕਰ ਰਹੇ ਤੇ ਨਾਲ ਸੋਲਿਊਸ਼ਨ ਦੇ ਰਹੇ ਆ। ਕਹਿੰਦੇ ਲੋਭ ਗ੍ਰਸਿਓ ਦਸਹੂ ਦਿਸ ਧਾਵਤ, ਮਹਾਰਾਜ ਲੋਭ ਦਾ ਬੱਧਾ ਹੋਇਆ ਮੇਰਾ ਜਿਹੜਾ ਮਨ ਹੈ ਨਾ, ਦਸਾਂ ਹੀ ਦਿਸ਼ਾਵਾਂ ਨੂੰ ਭੱਜਾ ਫਿਰਦਾ ਹੈ। ਦਸਾਂ ਦਿਸ਼ਾ ਹੁੰਦੀਆਂ ਸਾਧ ਸੰਗਤ ਚਾਰ ਜਿਹੜੀਆਂ, ਉੱਤਰ ਦੱਖਣ ਪੂਰਬ ਪੱਛਮ, ਫਿਰ ਅਗਨ ਕੋਣ ਨਾਈਟ ਕੋਣ ਵਗੈਰਾ, ਜਿਹੜੇ ਇਹਨਾਂ ਦੇ ਚਾਰੇ ਦਿਸ਼ਾਵਾਂ ਦੇ ਵਿੱਚ ਕੋਣਾਂ ਰਹਿ ਜਾਂਦੀਆਂ, ਉਹਨਾਂ ਨੂੰ ਇਹ 8 ਹੋ ਗਈਆਂ। ਇੱਕ ਆਕਾਸ਼ ਵੱਲ ਨੂੰ ਉੱਪਰ ਨੂੰ, ਇੱਕ ਥੱਲੇ ਨੂੰ, ਕਿਉਂਕਿ ਆਕਾਸ਼ ਵੱਲ ਨੂੰ ਵੀ ਮਨੁੱਖ ਅੱਜ ਕੱਲ੍ਹ ਜਹਾਜ਼ਾਂ ਰਾਹੀਂ ਡਾਰੀਆਂ ਲਾਉਂਦਾ ਹੈ, ਤੇ ਧਰਤੀ ਵਿੱਚ ਵੀ ਵੱਖਰੇ ਵੱਖਰੇ ਪਦਾਰਥਾਂ ਦੀ ਇਹ ਖੋਜ ਕਰਦਾ ਹੈ। ਖਾਨਾ ਬਣਾ ਕਰਕੇ ਹੀਰੇ ਲੱਭਦਾ ਹੈ, ਕਿਤੇ ਕੋਈ ਨਿਕਲ ਲੱਭਦਾ ਹੈ, ਕਿਤੇ ਕੋਈ ਐਸੀਆਂ ਚੀਜ਼ਾਂ ਲੱਭਦਾ। ਸੋ ਸਤਿਗੁਰੂ ਜੀ ਕਿਰਪਾ ਕਰ ਰਹੇ, ਬਖਸ਼ਿਸ਼ ਕਰ ਰਹੇ। ਉਹ ਜਗਿਆਸੂ ਕਹਿੰਦਾ ਮਹਾਰਾਜ ਮੇਰਾ ਦਸਾਂ ਹੀ ਦਿਸ਼ਾਵਾਂ ਨੂੰ ਜਿਹੜਾ ਮਨ ਹੈ ਉਹ ਭੱਜਦਾ ਲੋਭ ਕਰਕੇ, ਮੈਂ ਹੋਰ ਦੇ ਹੋਰ ਪਦਾਰਥ ਇਕੱਠੇ ਕਰਨੇ ਚਾਹੁੰਦਾ। ਕੀ ਕਰਨਾ ਚਾਹੁੰਦਾ ਹੈ?
ਆਸਾ ਲਾਗਿਓ ਧਨ ਕੀ। ਕਹਿੰਦੇ ਹੋਰ ਧਨ ਪਦਾਰਥ ਇਕੱਠਾ ਕਰਨ ਦੀ ਆਸਾ ਲੱਗੀ ਹੋਈ ਹੈ ਮਨ ਦੇ ਵਿੱਚ। ਕਿਹੜੀ ਆਸਾ? ਜਿਹੜੀ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਿਰਪਾ ਕਰਦੇ। ਆਸਾ ਮਨਸਾ ਬੰਧਨੀ ਪਾਈ, ਕਰਮ ਧਰਮ ਬੰਧਕਾਰੀ, ਪਾਪ ਪੁੰਨ ਜਗ ਜਾਇਆ ਭਾਈ, ਬਿਨਸੈ ਨਾਮ ਵਿਸਾਰੀ। ਸੋ ਇਹ ਆਸਾ ਮਨ ਦੇ ਵਿੱਚ ਲੱਗੀ ਹੋਈ ਵੀ ਹੋਰ ਧਨ ਇਕੱਠਾ ਕਰਨਾ, ਹੋਰ ਧਨ ਇਕੱਠਾ ਕਰਨਾ। ਰਹਾਉ ਵਿਸ਼ਰਾਮ ਦੇ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ। ਸੁਖ ਕਾ ਹੇਤ ਬਹੁਤ ਦੁਖ ਪਾਵਤ, ਸੇਵ ਕਰਤ ਜਨ ਜਨ ਕੀ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾ ਕਰਦੇ ਹਨ। ਭਾਈ ਜਿਹੜਾ ਮਨੁੱਖ ਹੈ ਇਹ ਕੀ ਕਰਦਾ? ਸੁੱਖ ਦੀ ਪ੍ਰਾਪਤੀ ਵਾਸਤੇ ਬਹੁਤ ਦੁੱਖ ਨੂੰ ਪ੍ਰਾਪਤ ਹੁੰਦਾ ਹੈ। ਬੜਾ ਦੁਖੀ ਹੋ ਕਰਕੇ ਇਹ ਮਾਇਆ ਨੂੰ, ਧਨ ਪਦਾਰਥ ਨੂੰ ਇਕੱਠਾ ਕਰਨ ਵਾਸਤੇ ਬੜਾ ਭਾਰੀ ਇਹ ਯਤਨ ਕਰਦਾ ਹੈ। ਇਹ ਕਹਿੰਦਾ ਸ਼ਾਇਦ ਹੋ ਸਕਦਾ ਹੈ ਕਿ ਬਹੁਤਾ ਧਨ ਪਦਾਰਥ ਇਕੱਠਾ ਕਰ ਲਵਾਂ, ਮੈਨੂੰ ਬਹੁਤਾ ਸੁੱਖ ਪ੍ਰਾਪਤ ਹੋ ਜਾਵੇ। ਸੋ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਕਰਦੇ। ਸੁਖ ਕਾ ਹੇਤ ਬਹੁਤ ਦੁੱਖ ਪਾਵਤ, ਬਹੁਤ ਭਾਰੀ ਦੁੱਖ ਨੂੰ ਪ੍ਰਾਪਤ ਕਰਦਾ ਹੈ। ਸੁੱਖ ਦੇ ਵਾਸਤੇ ਬੜਾ ਦੁੱਖ ਨੂੰ ਸਹਿੰਦਾ ਹੈ। ਕੀ ਕਰਦਾ? ਸੇਵ ਕਰਤ ਜਨ ਜਨ ਕੀ। ਕਹਿੰਦਾ ਕਦੇ ਕਿਸੇ ਦੀ ਸੇਵਾ ਕਰਦਾ ਫਿਰਦਾ ਹੈ ਤੇ ਕਦੀ ਕਿਸੇ ਦੀ ਸੇਵਾ ਕਰਦਾ ਫਿਰਦਾ ਹੈ। ਵੱਖਰੇ ਥਾਵਾਂ ਤੇ ਜਿੱਥੇ ਕੋਈ ਗੁਰਮਤਿ ਅਨੁਸਾਰ ਇਹਦੀ ਗੱਲ ਵੀ ਨਹੀਂ ਬਣਦੀ, ਉੱਥੇ ਵੀ ਕਹਿੰਦਾ ਵੀ ਇਹ ਤੇ ਮੇਰੀ ਜੌਬ ਹੈ ਜੀ, ਇਹ ਤਾਂ ਮੇਰਾ ਕੰਮ ਹੈ ਜੀ, ਇਹ ਤਾਂ ਮੈਨੂੰ ਕਰਨਾ ਹੀ ਪੈਣਾ। ਸੋ ਜਨਾਂ ਦੀ ਭਾਵ ਕੇ ਹਰ ਇੱਕ ਦੁਆਰ ਤੇ ਜਾ ਕਰਕੇ ਸੇਵਾ ਕਰਦਾ ਹੈ। ਸੇਵ ਕਰਤ ਜਨ ਜਨ ਕੀ। ਵੱਖਰਿਆਂ ਲੋਕਾਂ ਦੀ, ਕਦੀ ਕਿਸੇ ਦੀ ਕਦੀ ਕਿਸੇ ਦੀ ਜਾ ਕਰਕੇ ਸੇਵਾ ਕਰਦਾ। ਕਾਹਦੇ ਵਾਸਤੇ? ਸੁੱਖ ਦੀ ਪ੍ਰਾਪਤੀ ਵਾਸਤੇ, ਕਿ ਧਨ ਦੀ ਪ੍ਰਾਪਤੀ ਹੋ ਜਾਵੇ ਕਿਸੇ ਤਰ੍ਹਾਂ ਦੇ ਨਾਲ। ਸਤਿਗੁਰੂ ਜੀ ਅੱਗੇ ਬਿਆਨ ਕਰਦੇ ਹਨ ਇਸ ਮਨੁੱਖ ਦੀ ਹਾਲਤ, ਕਿ ਕਿਵੇਂ ਦੀ ਇਹਦੀ ਹਾਲਤ ਥੱਲੇ ਨੂੰ ਜਾ ਰਹੀ ਹੈ। ਦੁਆਰ ਹੈ ਦੁਆਰ ਸਵਾਨ ਜਿਉ ਡੋਲਤ, ਨਹਿ ਸੁਧ ਰਾਮ ਭਜਨ ਕੀ। ਕਹਿੰਦੇ ਦੁਆਰ ਹੈ ਦੁਆਰ, ਹਰੇਕ ਦੁਆਰ ਦੇ ਉੱਤਰ, ਹਰੇਕ ਥਾਂ ਦੇ ਉੱਤੇ ਜਾ ਕਰਕੇ ਇਹ ਭਟਕਦਾ ਫਿਰਦਾ ਹੈ। ਕਦੀ ਕਿਸੇ ਦੁਆਰ ਤੋਂ ਕਹਿੰਦਾ ਕੋਈ ਖੈਰ ਪ੍ਰਾਪਤ ਹੋ ਜਾਵੇ, ਕਦੀ ਕੋਈ ਕਾਰਜ ਕਰਦਾ ਹੈ, ਕਦੀ ਕੋਈ ਲੋਭ ਦਾ ਗਰਸਿਆ ਹੋਇਆ ਕੰਮ ਕਰਦਾ ਕਿ ਮੈਨੂੰ ਸ਼ਾਇਦ ਕੋਈ ਬਹੁਤਾ ਸਾਰਾ ਧਨ ਪ੍ਰਾਪਤ ਹੋ ਜਾਵੇ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਅੰਦਰੂਨੀ ਸਾਧ ਸੰਗਤ ਜੀ ਇਹਦਾ ਅੰਤਰੀਵ ਭਾਵ ਕੀ ਬਖਸ਼ਿਸ਼ ਕਰਦੇ ਆ। ਦੁਆਰ ਹੈ ਦੁਆਰ ਸਵਾਨ ਜਿਉ ਡੋਲਤ। ਸਵਾਨ ਨਾਮ ਸਾਧ ਸੰਗਤ ਜੀ ਕੁੱਤੇ ਦਾ ਹੁੰਦਾ। ਜਿਸ ਤਰ੍ਹਾਂ ਕਹਿੰਦੇ ਕੁੱਤਾ ਜਿਹੜਾ ਹੈ ਨਾ, ਉਹ ਦੁਆਰੇ ਤੇ ਫਿਰਦਾ ਰਹਿੰਦਾ ਵੀ ਹਾਂ ਕਿਤੇ ਕੋਈ ਟੁੱਕੜ ਪੈ ਜਾਵੇ, ਕਿਤੇ ਕੋਈ ਨਾ ਕੋਈ ਮੈਨੂੰ ਪ੍ਰਾਪਤੀ ਹੋ ਜਾਵੇ। ਇਸੇ ਤਰ੍ਹਾਂ ਦੇ ਨਾਲ ਇਹ ਜਿਹੜਾ ਮਨੁੱਖ ਹੈ ਇਹ ਵੀ ਵੱਖਰੇ ਦੁਆਰਾਂ 'ਤੇ ਤੁਰਿਆ ਫਿਰਦਾ। ਕਦੀ ਦੇਵੀ ਦੇਵਤਿਆਂ ਦੇ ਪਿੱਛੇ ਤੁਰਿਆ ਫਿਰਦਾ ਹੈ। ਸੋ ਕਦੀ ਰੋਟ ਬਣਾਉਂਦਾ ਹੈ, ਕਦੀ ਕਬਰਾਂ ਦੇ ਉੱਤੇ ਜਾਂਦਾ, ਕਦੀ ਮੜੀਆਂ ਮਸਾਣਾਂ 'ਤੇ ਜਾਂਦਾ, ਕਦੀ ਗੁੱਗੇ ਦੀ ਪੂਜਾ ਕਰਦਾ, ਕਦੀ ਕਿਸੇ ਦੀ ਕਰਦਾ। ਸੋ ਇਹ ਵਾਰ ਜਿਹੜਾ ਹੈ ਦੁਆਰ ਹੈ ਦੁਆਰ ਸਵਾਨ ਜਿਉ ਡੋਲਤ। ਜਿਸ ਤਰ੍ਹਾਂ ਕੁੱਤਾ ਜਿਹੜਾ ਹੈ ਉਹ ਵੱਖਰੇ ਦੁਆਰਾਂ ਤੋਂ ਜਾਂਦਾ ਕਿਦੋਂ ਟੁੱਕੜ ਪ੍ਰਾਪਤ ਹੋ ਜਾਵੇ, ਇਹ ਵੀ ਇਸੇ ਤਰ੍ਹਾਂ ਦੇ ਨਾਲ ਲੋਭ ਦਾ ਗਰਸਿਆ ਹੋਇਆ ਵੱਖਰੇ ਦੁਆਰਾਂ ਤੇ ਜਾ ਕਰਕੇ ਦੇਵੀ ਦੀ ਕਦੀ ਪੂਜਾ ਕਰਦਾ, ਕਦੀ ਦੇਵਤਿਆਂ ਦੀ ਕਰਦਾ, ਕਦੀ ਕਿਸੇ ਦੀ ਕਰਦਾ ਕਿ ਸ਼ਾਇਦ ਪਤਾ ਨਹੀਂ ਉਹਨਾਂ ਤੋਂ ਜ਼ਿਆਦਾ ਮੈਨੂੰ ਕੁਝ ਨਾ ਕੁਝ ਪ੍ਰਾਪਤ ਹੋ ਜਾਣਾ। ਅੱਜ ਕੱਲ੍ਹ ਆਪਾਂ ਵੇਖਦੇ ਹਾਂ ਪੰਜਾਬ ਦੇ ਵਿੱਚ ਸੋ ਧਨ ਲੈ ਕਰਕੇ ਲੋਕੀ ਆਪਣੇ ਧਰਮ ਨੂੰ ਗਵਾ ਰਹੇ ਨੇ। ਸੋ ਧਰਮ ਨੂੰ ਛੱਡ ਕਰਕੇ, ਸਿੱਖੀ ਨੂੰ ਛੱਡ ਕਰਕੇ ਹੋਰਨਾਂ ਧਰਮਾਂ ਦੇ ਵਿੱਚ ਜਾ ਰਹੇ। ਕਹਿੰਦੇ ਜੀ ਸਾਨੂੰ ਇਹਨਾਂ ਨੇ ਧਨ ਦੇ ਦਿੱਤਾ। ਸੋ ਇਸ ਤਰ੍ਹਾਂ ਇਹ ਕੁੱਤੇ ਵਾਂਗੂ ਡੋਲਦਾ ਹੈ। ਐਸੇ ਤਰੀਕੇ ਦੇ ਨਾਲ ਸਾਡਾ ਜਿਹੜਾ ਮਨ ਹੈ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਸਵਾਨ ਜਿਉ ਡੋਲਤ। ਜਿਸ ਤਰ੍ਹਾਂ ਕੁੱਤਾ ਡੋਲਦਾ ਫਿਰਦਾ ਹੈ, ਸੋ ਇਸ ਤਰ੍ਹਾਂ ਦੇ ਨਾਲ ਇਹ ਡੋਲਦਾ ਫਿਰਦਾ ਹੈ। ਸੋ ਕੋਈ ਹੰਨੇ ਦੀ, ਕੋਈ ਬੰਨੇ ਦੀ, ਕੋਈ ਪਹਾੜਾਂ ਵਾਲੇ ਬੰਨੇ ਦੀ, ਕੋਈ ਢੋਲ ਢਮੱਕਾ ਸਰਵਰ ਦਾ, ਕੋਈ ਹੜਵਸ ਬਾਬੇ ਨਾਨਕ ਦੀ। ਕਹਿੰਦੇ ਕਦੀ ਕਿਤੇ ਕਦੀ ਕਿਤੇ ਕਦੀ ਕਿਤੇ, ਤੇ ਥੋੜਾ ਬਾਲਾ ਕਿਤੇ ਘੁੰਮਾ ਕੇ ਗੁਰਦੁਆਰੇ ਵੀ ਆ ਜਾਂਦਾ ਹੈ। ਸੋ ਸਤਿਗੁਰੂ ਦੀ ਕਿਰਪਾ ਕਰਦੇ ਭਾਈ ਇਸ ਤਰ੍ਹਾਂ ਇਹ ਡੋਲਦਾ ਫਿਰਦਾ ਹੈ। ਨਹਿ ਸੁਧ ਰਾਮ ਭਜਨ ਕੀ। ਪਰਮੇਸ਼ਰ ਵਾਹਿਗੁਰੂ ਜੀ ਦੇ
ਭਜਨ ਕਰਨ ਦੀ, ਉਹਦਾ ਨਾਮ ਜਪਣ ਦੀ ਇਹਦੇ ਅੰਦਰ ਸੁੱਧ ਨਹੀਂ ਆਉਂਦੀ। ਭਾਵ ਕਿ ਇਹਨੂੰ ਚੇਤਾ ਨਹੀਂ ਆਉਂਦਾ, ਇਹਨੂੰ ਸਮਝ ਨਹੀਂ ਪੈਂਦੀ, ਇਹਦੇ ਮਨ ਦੇ ਵਿੱਚ ਸਮਝ ਨਹੀਂ ਪੈਂਦੀ। ਡੀਪ ਸਬਕੌਂਸ਼ੀਅਸ ਮਾਈਂਡ ਦੇ ਵਿੱਚ ਇਹਦੇ ਮਨ ਦੇ ਵਿੱਚ ਗੱਲ ਨਹੀਂ ਇਹ ਪਹੁੰਚਦੀ ਕਿ ਪਰਮੇਸ਼ਰ ਦਾ ਨਾਮ ਹੀ ਵੱਡਾ ਹੈ। ਸੁਖ ਨਾ ਹੀ ਰੇ ਹਰ ਭਗਤ ਬਿਨਾ। ਕਹਿੰਦੇ ਭਗਤੀ ਤੋਂ ਬਿਨਾਂ ਸੁੱਖ ਨਹੀਂ ਕਿਸੇ ਤਰ੍ਹਾਂ ਵੀ ਪ੍ਰਾਪਤ ਹੋ ਸਕਦਾ। ਸਰਬ ਸੁੱਖਾਂ ਦਾ ਦਾਤਾ ਸਤਿਗੁਰੂ ਤਾਂ ਕੀ ਸਰਣੀ ਪਾਈ ਹੈ। ਸੋ ਸਾਰਿਆਂ ਸੁੱਖਾਂ ਦਾ ਦਾਤਾ ਤਾਂ ਸਤਿਗੁਰੂ ਹੈ, ਇੱਥੋਂ ਹੀ ਸੁੱਖ ਪ੍ਰਾਪਤ ਹੋ ਸਕਦਾ ਹੈ। ਪਰ ਇਹਨੂੰ ਸੁੱਧ ਨਹੀਂ ਆਉਂਦੀ, ਇਹਨੇ ਮਨ ਦੇ ਵਿੱਚ ਇਹ ਦ੍ਰਿੜਤਾ ਨਹੀਂ ਆਉਂਦੀ, ਸਮਝ ਨਹੀਂ ਪੈਂਦੀ। ਇੱਕ ਤਾਂ ਸਾਧ ਸੰਗਤ ਦੀ ਉੱਪਰੋਂ ਸਮਝ ਪੈ ਜਾਂਦੀ ਨਾ ਸਾਨੂੰ ਕਿਸੇ ਗੱਲ ਦੀ, ਉੱਪਰੋਂ ਤਾਂ ਆਪਾਂ ਸਾਰੇ ਹੀ ਸਮਝ ਜਾਂਦੇ ਹਾਂ, ਪਰ ਇੱਕ ਅੰਦਰ ਹੈ ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਾ ਹੋ। ਸੋ ਇਸ ਪ੍ਰਕਾਰ ਦੇ ਨਾਲ ਸਤਿਗੁਰੂ ਜੀ ਕਿਰਪਾ ਕਰਦੇ ਹਨ। ਮਾਨਸ ਜਨਮ ਅਕੂ ਅਕਾਰਤ ਖੋਵਤ, ਮਾਨਸ ਜਨਮ ਅਕਾਰਤ ਖੋਵਤ, ਲਾਜ ਨਾ ਲੋਕ ਹਸਨ ਕੀ। ਕਹਿੰਦੇ ਮਨੁੱਖਾ ਜਨਮ ਜਿਹੜਾ ਹੈ ਭਾਈ, ਇਹਨੂੰ ਬਿਨਾਂ ਕਿਸੇ ਕਾਰਨ ਤੋਂ ਖੋਵਤ ਭਾਵ ਕੇ ਗਵਾਈ ਜਾ ਰਿਹਾ ਹੈ। ਲਾਜ ਨਾ ਲੋਕ ਹਸਨ ਕੀ। ਕਹਿੰਦੇ ਲੋਕਾਂ ਦੇ ਹੱਸਣ ਦੀ ਲਾਜ ਵੀ ਨਹੀਂ ਇਹਨੂੰ ਆਉਂਦੀ, ਕਿ ਲੋਕੀ ਵੇਖਣਗੇ ਕਿ ਹਾਂ ਇਹ ਤਾਂ ਐਡੇ ਵੱਡੇ ਖਾਨਦਾਨ ਪੁਰਾਤਨ, ਇਹਨਾਂ ਦੇ ਵੱਡੇ ਵਡੇਰੇ ਬਹੁਤ ਵੱਡੇ ਗੁਰਮੁਖ ਹੋਏ ਹਨ, ਬੜੇ ਵੱਡੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਹੋਏ ਹਨ ਇਹਨਾਂ ਦੇ। ਇਹ ਤਾਂ ਐਸੀ ਸਿੱਖੀ ਇਹਨਾਂ ਨੇ ਧਾਰਨ ਕੀਤੀ ਹੈ, ਪਰ ਉਹ ਸਿੱਖੀ ਨੂੰ ਗਵਾਈ ਜਾਂਦਾ ਹੈ। ਲਾਜ ਨਾ ਲੋਕ ਹੱਸਣ ਕੀ। ਲੋਕੀ ਹੱਸਦੇ ਨੇ, ਉਹਦੀ ਵੀ ਲਾਜ ਨਹੀਂ ਇਹਦੇ ਮਨ ਨੂੰ ਆਉਂਦੀ ਵੀ ਮੈਨੂੰ ਲੋਕ ਕੀ ਕਹਿਣਗੇ। ਕਿ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਸਿੱਖੀ ਧਾਰਨ ਕਰਕੇ ਫੇਰ ਵੀ ਕਿਸੇ ਹੋਰ ਦੇਵੀ ਦੇਵਤੇ ਨੂੰ ਮੰਨਦਾ ਹੈ, ਕਿਸੇ ਹੋਰ ਮਾੜੀਆਂ ਥਾਵਾਂ ਤੇ ਜਾਂਦਾ ਹੈ, ਤੇ ਲਾਜ ਨਾ ਲੋਕ ਹੱਸਣ ਕੀ। ਕਹਿੰਦੇ ਜਿਹੜੇ ਤੇਰੇ ਪਰਲੋਕ ਦੇ ਵਿੱਚ ਜਿਹੜੇ ਤੇਰੇ ਪਿੱਤਰ ਗਏ ਹੋਏ ਆ ਨਾ, ਉਹ ਵੀ ਹੱਸਣਗੇ, ਉਹ ਵੀ ਵੇਖਣਗੇ, ਲੱਜਾਮਾਨ ਹੋਣਗੇ ਕਿ ਸਾਡੀ ਕੁੱਲ ਦੇ ਵਿੱਚ ਐਸਾ ਕੋਈ ਪੈਦਾ ਹੋ ਗਿਆ ਜਿਹੜਾ ਵਿਸ਼ੇ ਵਿਕਾਰਾਂ ਨੂੰ ਭੋਗਦਾ ਹੈ, ਜਿਹੜਾ ਸਿੱਖੀ ਨੂੰ ਛੱਡ ਕਰਕੇ ਸੋ ਮਾੜੇ ਪਾਸੇ ਨੂੰ ਤੁਰਦਾ, ਜਿਹੜਾ ਆਪਣਾ ਧਰਮ ਹੀ ਬਦਲੀ ਜਾ ਰਿਹਾ ਹੈ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾ ਕਰਦੇ। ਮਾਨਸ ਜਨਮ ਅਕਾਰਤ ਖੋਵਤ, ਮਾਨਸ ਜਨਮ ਅਕਾਰਤ ਖੋਵਤ, ਲਾਜ ਨਾ ਲੋਕ ਹੱਸਣ। ਕਹਿੰਦੇ ਵਿਅਰਥ ਹੀ ਗਵਾ ਰਿਹਾ ਆਪਣੇ ਇਹ ਮਨੁੱਖਾ ਜਨਮ ਨੂੰ। ਲਾਜ ਨਾ ਲੋਕ ਹੱਸਣ ਕੀ, ਇਹਨੂੰ ਕਿਸੇ ਦੇ ਹੱਸਣ ਦੀ ਸੋ ਕਿਸੇ ਦੀ ਨੂੰ ਲਾਜ ਹੀ ਨਹੀਂ ਰਹੀ ਮਨ ਦੇ ਵਿੱਚ। ਤੇ ਸਾਧ ਸੰਗਤ ਜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਬਖਸ਼ਿਸ਼ ਕਰਦੇ ਹਨ, ਸੋਲਿਊਸ਼ਨ ਬਖਸ਼ਿਸ਼ ਕਰਦੇ ਸਾਨੂੰ। ਨਾਨਕ ਹਰ ਜਸ ਕਿਉ ਨਹੀਂ ਗਾਵਤ, ਕੁਮਤ ਬਿਨਾਸੈ ਤਨ ਕੀ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾ ਕਰਦੇ। ਭਾਈ ਜੇ ਇੰਨੇ ਤੁਸੀਂ ਦੁਖੀ ਹੋ ਰਹੇ ਜੇ, ਉਸ ਜਗਿਆਸੂ ਨੂੰ ਵੀ ਸਾਧ ਸੰਗਤ ਸੋਲਿਊਸ਼ਨ ਬਖਸ਼ਿਸ਼ ਕਰਦੇ, ਨਾਲ ਸਾਨੂੰ ਸਾਰੀ ਲੋਕਾਈ ਨੂੰ ਬਖਸ਼ਿਸ਼ ਕਰਦੇ ਹਨ। ਨਾਨਕ ਹਰ ਜਸ ਕਿਉਂ ਨਹੀਂ ਗਾਵਤ। ਕਹਿੰਦੇ ਜੇ ਇੰਨਾ ਦੁਖੀ ਹੋ ਰਿਹਾ ਹੈ, ਕਿਦੋਂ ਸੁੱਖ ਦੀ ਪ੍ਰਾਪਤੀ ਨਹੀਂ ਹੋ ਰਹੀ, ਕੂਕਰ ਵਾਂਗੂ ਸਾਰਿਆਂ ਥਾਵਾਂ ਤੇ ਡੋਲਦਾ ਫਿਰਦਾ ਹੈ, ਘੁੰਮਦਾ ਫਿਰਦਾ, ਕਿਦੋਂ ਤੈਨੂੰ ਸੁੱਖ ਦੀ ਪ੍ਰਾਪਤੀ ਨਹੀਂ ਹੋ ਰਹੀ, ਸ਼ਾਂਤੀ ਨਹੀਂ ਪ੍ਰਾਪਤ ਹੋ ਰਹੀ। ਨਾਨਕ ਹਰ ਜਸ ਕਿਉਂ ਨਹੀਂ ਗਾਵਤ। ਫਿਰ ਹਰੀ ਦੇ ਜਸ ਨੂੰ ਕਿਉਂ ਨਹੀਂ ਗਾਉਂਦਾ ਤੂੰ। ਤੇ ਕਹਿੰਦਾ ਮਹਾਰਾਜ ਜੇ ਮੈਂ ਹਰੀ ਦਾ ਜਸ ਗਾਵਾਂਗਾ ਕੀ ਹੋਏਗਾ। ਮਹਾਰਾਜ ਕਿਰਪਾ ਕਰਦੇ। ਕੁਮਤ ਬਿਨਾਸੈ ਤਨ ਕੀ। ਕਹਿੰਦੇ ਜਿਹੜੀ ਕੁਮਤ ਹੈ ਨਾ, ਤੂੰ ਪੁੱਠੀ ਮੱਤ ਲਈ ਹੋਈ ਹੈ, ਇਹ ਤੇਰੀ ਬਿਨਸ ਜਾਏਗੀ, ਇਹ ਤੇਰੀ ਖਤਮ ਹੋ ਜਾਏਗੀ। ਤੈਨੂੰ ਚੰਗੀ ਮੱਤ ਦੀ, ਸ੍ਰੇਸ਼ਟ ਮੱਤ ਦੀ ਪ੍ਰਾਪਤੀ ਹੋ ਜਾਏਗੀ, ਤੇ ਤੈਨੂੰ ਬਖਸ਼ਿਸ਼ ਪ੍ਰਾਪਤ ਹੋ ਜਾਏਗੀ ਉਸ ਪਰਮੇਸ਼ਰ ਵਾਹਿਗੁਰੂ ਜੀ ਦੀ। ਮਾੜੇ ਕਰਮਾਂ ਨੂੰ ਛੱਡ ਕਰਕੇ ਤੂੰ ਚੰਗੇ ਕਰਮ ਕਰਨ ਲੱਗ ਜਾਏਗਾ। ਜੇ ਤੂੰ ਹੌਲੀ ਹੌਲੀ ਪਰਮੇਸ਼ਰ ਦੇ ਨਾਮ ਨੂੰ ਦ੍ਰਿੜ ਕਰੇਗਾ, ਜਪੇਗਾ, ਹਰੀ ਦੇ ਜਸ ਨੂੰ ਗਾਵੇਂਗਾ, ਤਾਂ ਤੇਰੇ ਅੰਦਰੋਂ ਮਾੜੀ ਜਿਹੜੀ ਮੱਤ ਹੈ ਉਹਦਾ ਨਾਸ ਹੋ ਜਾਏਗਾ, ਤੇ ਤੂੰ ਚੰਗੇ ਕਰਮ ਕਰਨ ਲੱਗ ਜਾਏਗਾ। ਤੇ ਜਦੋਂ ਚੰਗੇ ਕਰਮ ਕਰੇਗਾ, ਸਿਮਰਨ ਕਰੇਗਾ ਪਰਮੇਸ਼ਰ ਵਾਹਿਗੁਰੂ ਜੀ ਦਾ, ਸ਼ਾਂਤੀ ਦੇ ਵਿੱਚ ਰਹੇਗਾ, ਲੋਭ ਨੂੰ ਛੱਡ ਦੇਵੇਂਗਾ, ਤਾਂ ਤੈਨੂੰ ਫਿਰ ਪਰਮੇਸ਼ਰ ਦੀ ਕਿਰਪਾ ਬਖਸ਼ਿਸ਼ ਰਹਿਮਤ ਪ੍ਰਾਪਤ ਹੋ ਜਾਏਗੀ।
ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾ ਕਰਦੇ ਹਨ। ਨਾਨਕ ਹਰਿ ਜਸ ਕਿਉ ਨਹੀਂ ਗਾਵਤ, ਕਿਉਂ ਨਹੀਂ ਭਾਈ ਫਿਰ ਹਰੀ ਦੇ ਜਸ ਨੂੰ ਤੂੰ ਗਾਉਂਦਾ। ਕੁਮਤ ਬਿਨਾਸੈ ਤਨ ਕੀ, ਜਿਹਦੇ ਨਾਲ ਤੇਰੀ ਖੋਤੀ ਬੁੱਧੀ ਜਿਹੜੀ ਹੈ ਉਹ ਬਿਨਸ ਜਾਏਗੀ, ਤੈਨੂੰ ਵਾਹਿਗੁਰੂ ਜੀ ਦੀ ਬਖਸ਼ਿਸ਼ ਪ੍ਰਾਪਤ ਹੋ ਜਾਏਗੀ। ਕਿਉਂਕਿ ਸਾਧ ਸੰਗਤ ਜੀ ਇਹ ਸਾਡੀ ਜਿਹੜੀ ਮੱਤ ਹੈ ਇਹਦਾ ਹੀ ਸਾਰਾ ਚੱਕਰ ਪਾਇਆ ਹੋਇਆ ਨਾ। ਕਿਉਂਕਿ ਬਾਹਰੋਂ ਆਪਾਂ ਕੁਝ ਵੀ ਵੇਖਦੇ ਹਾਂ, ਵੇਖਣਾ ਚਾਖਣਾ ਸਾਰਾ ਕੁਝ ਉਹੋ ਹੀ ਹੈ। ਇਹ ਸਾਡੇ ਮਨ ਦੀ ਜਿਹੜੀ ਅਵਸਥਾ ਉਹਦੇ ਅਨੁਸਾਰ ਸਾਡੀ ਪ੍ਰੋਸੈਸਿੰਗ ਜਿਹੜੀ ਹੈ, ਜਿਹੜੀਆਂ ਬਾਹਰੋਂ ਅਸੀਂ ਚੀਜ਼ਾਂ ਵੇਖਦੇ ਹਾਂ ਉਹਦੀ ਇਹ ਮਨ ਸਾਡਾ ਕਰਦਾ ਹੈ। ਸੋ ਕਿਤੇ ਕੋਈ ਤਿੱਤਰ ਬੋਲਿਆ, ਕਿਸੇ ਨੇ ਪੁੱਛਿਆ ਜੰਗਲ ਦੇ ਵਿੱਚ, ਹਾਂ ਵੀ ਭਾਈ ਇਹ ਕੀ ਬੋਲਿਆ ਹੈ? ਤਾਂ ਸਾਧ ਸੰਗਤ ਜੀ ਉੱਥੇ ਇੱਕ ਵਪਾਰੀ ਜਾ ਰਿਹਾ ਸੀ ਤੇ ਉਹਨੂੰ ਕਿਸੇ ਨੇ ਪੁੱਛਿਆ, ਕਹਿੰਦੇ ਤਿੱਤਰ ਕੀ ਬੋਲਿਆ? ਉਹ ਕਹਿੰਦਾ ਜੀ ਉਹਨੇ ਮੋਢੇ ਦੇ ਉੱਪਰ, ਸਾਧ ਸੰਗਤ ਜੀ ਉਹ ਪੁਰਾਣੇ ਸਮੇਂ ਦੇ ਵਿੱਚ ਇਹ ਸਾਰੇ ਮਸਾਲੇ ਵਗੈਰਾ ਜਿਹੜੇ ਵੇਚਦੇ ਇਹ ਮੋਢੇ ਤੇ ਉਹਨਾਂ ਨੇ ਪਾਇਆ ਹੁੰਦਾ, ਕੁਝ ਸਿਰ ਤੇ ਚੁੱਕਿਆ ਹੁੰਦਾ ਸਮਾਨ, ਇਸ ਪ੍ਰਕਾਰ ਦੇ ਨਾਲ ਵੇਚਿਆ ਕਰਦੇ। ਉਹਨੂੰ ਕਿਸੇ ਨੇ ਪੁੱਛਿਆ, ਕਹਿੰਦੇ ਤਿੱਤਰ ਕੀ ਬੋਲਿਆ? ਉਹ ਕਹਿੰਦਾ ਤਿੱਤਰ ਬੋਲਦਾ ਲੂਣ ਮਿਰਚਾਂ ਅਦਰਕ। ਕਹਿੰਦਾ ਇਸ ਤਰ੍ਹਾਂ ਦੇ ਨਾਲ ਇਹ ਤਿੱਤਰ ਬੋਲ ਰਿਹਾ। ਸੋ ਕਿਸੇ ਪਹਿਲਵਾਨ ਨੂੰ ਪੁੱਛਿਆ, ਕਹਿੰਦੇ ਭਾਈ ਇਹ ਤਿੱਤਰ ਕੀ ਬੋਲਦਾ? ਉਹ ਕਹਿੰਦਾ ਤਿੱਤਰ ਬੋਲਦਾ ਖਾ ਘਿਓ ਕਰ ਕਸਰਤ। ਕਹਿੰਦਾ ਇਸ ਤਰ੍ਹਾਂ ਇਹ ਤਿੱਤਰ ਦਾ ਜਿਹੜਾ ਹੈ ਬੋਲਣ ਦਾ ਮੈਨੂੰ ਸਮਝ ਆਈ ਹੈ। ਕੋਈ ਮਹਾਂਪੁਰਸ਼ ਰੱਬ ਦਾ ਪਿਆਰਾ ਉਹਨੂੰ ਪੁੱਛਿਆ, ਕਹਿੰਦੇ ਤਿੱਤਰ ਕੀ ਬੋਲਦਾ ਹੈ? ਕਹਿੰਦੇ ਜੀ ਇਹ ਬੋਲ ਰਿਹਾ ਸੁਭਾਨ ਤੇਰੀ ਕੁਦਰਤ। ਸੋ ਸਾਧ ਸੰਗਤ ਜੀ ਇੱਕੇ ਹੀ ਚੀਜ਼ ਦਾ ਸਾਡੀ ਬੁੱਧੀ ਜਿਹੜੀ ਹੈ, ਜਿਹੜਾ ਸਾਡਾ ਮਨ ਹੈ, ਇਹ ਵੱਖਰੇ ਵੱਖਰੇ ਇਹਦੇ ਅਰਥ ਕੱਢਦਾ ਹੈ। ਸੋ ਇਸ ਕਰਕੇ ਸਤਿਗੁਰੂ ਦੀ ਕਿਰਪਾ ਕਰਦੇ ਭਾਈ ਹਰੀ ਦਾ ਜਸ ਜਦੋਂ ਗਾਵੇਂਗਾ, ਪਰਮੇਸ਼ਰ ਦਾ ਨਾਮ ਜਪੇਗਾ, ਤੇਰੀ ਬੁੱਧੀ ਚੇਂਜ ਹੋ ਜਾਏਗੀ, ਤੇਰੀ ਮਾੜੀ ਬੁੱਧੀ ਦਾ ਨਾਸ ਹੋ ਜਾਏਗਾ, ਚੰਗੀ ਬੁੱਧੀ ਤੈਨੂੰ ਪ੍ਰਾਪਤ ਹੋ ਜਾਏਗੀ। ਤੇ ਜਦੋਂ ਚੰਗੀ ਬੁੱਧੀ ਤੈਨੂੰ ਪ੍ਰਾਪਤ ਹੋ ਜਾਏਗੀ, ਗਿਆਨ ਅੰਜਨ ਜਾ ਕੀ ਨੇਤਰੀ ਪੜਿਆ, ਤਾਂ ਕੋ ਸਰਬ ਪ੍ਰਗਾਸਾ, ਅਗਿਆਨ ਅੰਧੇਰਾ ਸੂਝਸ ਨਾਹੀ, ਬਹੁੜ ਬਹੁੜ ਪਰਮਾਤਾ। ਸੋ ਜਦੋਂ ਤੇਰੇ ਮਨ ਦੇ ਵਿੱਚ, ਤੇਰੀਆਂ ਅੱਖਾਂ ਦੇ ਵਿੱਚ ਗਿਆਨ ਦਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਸੁਰਮਾ ਪਾ ਦੇਣਗੇ, ਫਿਰ ਤੈਨੂੰ ਸਾਰੇ ਪਾਸੇ ਜਿਹੜਾ ਹੈ ਚੰਗਾ ਦਿਸਣਾ ਲੱਗ ਜਾਏਗਾ। ਫਿਰ ਤੇਰੇ ਮਾੜੇ ਜਿਹੜੇ ਵਿਕਾਰ ਨੇ, ਜਿਹੜੀਆਂ ਚੀਜ਼ਾਂ ਨੇ, ਇਹ ਖਤਮ ਹੋ ਜਾਣਗੀਆਂ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਨੂੰ ਇਹ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਆ। ਸਤਿਗੁਰੂ ਦੀ ਕਿਰਪਾ ਕਰਨ ਇਹ ਉਪਦੇਸ਼ ਸਤਿਗੁਰੂ ਜੀ ਦਾ ਸਾਡੇ ਹਿਰਦੇ ਅੰਦਰ ਵਸ ਜਾਵੇ। ਸਤਿਗੁਰੂ ਜੀ ਦੇ ਬਚਨਾਂ ਨੂੰ, ਪਾਵਨ ਪਵਿੱਤਰ ਗੁਰਬਾਣੀ ਨੂੰ ਅਸੀਂ ਕਮਾ ਸਕੀਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਬਖਸ਼ਿਸ਼ ਕਿਰਪਾ ਰਹਿਮਤ ਕਰਨ। ਸਤਿਗੁਰੂ ਜੀ ਦਾ ਬਹੁਤ ਬਹੁਤ ਕੋਟਾਨ ਕੋਟਾਨ ਸ਼ੁਕਰ ਹੈ। ਸਾਰੀਆਂ ਸੰਗਤਾਂ ਦਾ ਧੰਨਵਾਦ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸ਼ਬਦ ਦੀ ਵਿਚਾਰ ਕਰਦੇ ਹਾਂ, ਬਾਣੀ ਦਾ ਜਾਪ ਕਰਦੇ ਹਾਂ, ਅਨੇਕਾਂ ਪ੍ਰਕਾਰ ਦੀਆਂ ਹੋਈਆਂ ਭੁੱਲਾਂ ਗਲਤੀਆਂ ਦੀ ਸਤਿਗੁਰੂ ਜੀ ਤਥਾ ਸਾਧ ਸੰਗਤ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਅੱਗੇ ਤੋਂ ਸਮਤ ਪ੍ਰਦਾਨ ਕਰਨੀ। ਅਖੀਰਲੀਆਂ 2 ਪੰਕਤੀਆਂ ਦਾ ਜਾਪ ਕਰਕੇ ਆਪਾਂ ਸਮਾਪਤੀ ਕਰੀਏ ਜੀ। ਮਾਨਸ ਜਨਮ ਅਕਾਰਥ ਖੋਵਤ, ਲਾਜ ਨ ਲੋਕ ਹਸਨ ਕੀ, ਨਾਨਕ ਹਰਿ ਜਸ ਕਿਉ ਨਹੀਂ ਗਾਵਤ, ਕੁਮਤ ਬਿਨਾਸੈ ਤਨ ਕੀ। ਵਾਹਿਗੁਰੂ ਜੀ ਕਾ ਖਾਲਸਾ,